गुड मॉर्निंग स्टूडेंट्स। अज आप लैसन 5 पढ़ांगे बेटे जर्नी बाय नाइट। जर्नी बाय नाइट मीनस रात नूं कीती हुई यात्रा। जर्नी बाय नाइट इट टेल्स द ट्रू लाइफ एडवेंचर स्टोरी ऑफ अ 12-year-old बॉय शेर सिंह। 12 साल का एक लड़का शेर सिंह ਉਹਦੀ ਲਾਈਫ ਦੀ ਇੱਕ ਸੱਚੀ ਐਡਵੈਂਚਰਸ ਘਟਨਾ ਨੂੰ ਬਿਆਨ ਕਰਦੀ ਹੈ ਇਹ ਕਹਾਣੀ। He overcomes a seemingly insurmountable obstacle of an 80-kilometer stretch of muddy track through a dense jungle which is infested with tuskers, bears and tigers and is crisscrossed with streams. 80 ਕਿਲੋਮੀਟਰ ਦਾ ਰੇਤੇ ਮਿੱਟੀ ਦੇ ਨਾਲ ਭਰਿਆ ਹੋਇਆ ਰਸਤਾ ਜੋ ਕਿ ਇੱਕ ਸੰਘਣੇ ਜੰਗਲ ਦੇ ਵਿੱਚੋਂ ਦੀ ਲੰਘਦਾ ਹੈਗਾ। ਉਹ ਜੰਗਲ ਜਿਹਦੇ ਵਿੱਚ ਟਸਕਰਸ ਵੀ ਨੇ, ਟਸਕਰਸ ਬੇਟੇ ਹਾਥੀ, ਬੀਅਰਸ ਵੀ ਨੇ ਤੇ ਟਾਈਗਰਸ ਵੀ ਨੇ ਤੇ ਜਿਹਦੇ ਵਿੱਚ ਨਦੀਆਂ ਵੀ ਲੰਘਦੀਆਂ ਨੇ। ਇਸ 80 ਕਿਲੋਮੀਟਰ ਦੇ ਜੋਖਮ ਭਰੇ ਰਸਤੇ ਨੂੰ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਣ ਦੀ ਇਹ ਇੱਕ ਬੜੀ ਹੀ ਅਨੋਖੀ ਕਹਾਣੀ ਹੈ। ਇਨਸਰਮਾਊਂਟੇਬਲ ਆਬਸਟੈਕਲ ਹੁੰਦਾ ਹੈਗਾ ਬੇਟੇ। ਆਬਸਟੈਕਲ ਹੁੰਦੇ ਹੈਗੇ ਕੋਈ ਵੀ ਉਹ ਰੁਕਾਵਟ ਜਿਹੜੀ ਇਨਸਰਮਾਊਂਟੇਬਲ ਹੋਵੇ, ਜਿਹਦੇ ਉੱਪਰ ਜਿੱਤ ਪ੍ਰਾਪਤ ਕਰਨਾ ਸੌਖਾ ਨਾ ਹੋਵੇ। ਪਰ ਇੱਕ 12 ਸਾਲ ਦੇ ਬੱਚੇ ਨੇ ਇਸ ਟਰੈਕ ਨੂੰ ਕੰਪਲੀਟ ਕੀਤਾ। He takes his critically ill younger brother slung across his young and raw shoulders to the nearest hospital. ਹੁਣ ਉਹਨੂੰ ਇਹ ਕਿਉਂ ਕਰਨਾ ਪਿਆ? ਕਿਉਂ ਉਹਨੂੰ 80 ਕਿਲੋਮੀਟਰ ਦਾ ਇਹ ਜੋਖਮ ਭਰਿਆ ਰਸਤਾ ਪੂਰਾ ਕਰਨਾ ਪਿਆ? ਕਿਉਂਕਿ ਉਸਦਾ ਛੋਟਾ ਭਰਾ ਬਹੁਤ ਬੁਰੀ ਤਰ੍ਹਾਂ ਕ੍ਰਿਟੀਕਲੀ ਇਲ, ਬਹੁਤ ਬੁਰੀ ਤਰ੍ਹਾਂ ਬਿਮਾਰ ਹੈ ਤੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਸੀ। ਇਸ ਲਈ ਉਹਨੂੰ ਛੋਟੇ ਬੱਚੇ ਨੂੰ ਆਪਣੇ ਕਮਜ਼ੋਰ ਮੋਢਿਆਂ ਦੇ ਉੱਪਰ ਕੈਰੀ ਕਰਨਾ ਪਿਆ। Where lies his hope of survival? ਕਿਉਂਕਿ ਹਸਪੀਟਲ ਹੀ ਇੱਕ ਅਜਿਹੀ ਜਗ੍ਹਾ ਸੀ ਜਿੱਥੇ ਉਸਦੇ ਭਰਾ ਦੇ ਜਿੰਦਾ ਰਹਿਣ ਦੀ ਕੋਈ ਉਮੀਦ ਸੀ। ਸ਼ੇਰ ਸਿੰਘ in the end succeeds in the mission. ਅਖੀਰ 'ਚ ਸ਼ੇਰ ਸਿੰਘ ਆਪਣੇ ਇਸ ਮਿਸ਼ਨ ਦੇ ਵਿੱਚ ਸਕਸੈਸਫੁਲ ਹੁੰਦਾ ਹੈ, earns the title of ਬਹਾਦੁਰ the brave ਤੇ ਉਹਦੇ ਨਾਮ ਨਾਲ ਸ਼ੇਰ ਸਿੰਘ ਬਹਾਦੁਰ। ਬਹਾਦੁਰ ਦਾ ਮਤਲਬ ਹੁੰਦਾ ਬੇਟਾ brave. The author Nora Burke was a 20th century British adventurer who spent several years in the Himalayan forests. ਇਹ ਕਹਾਣੀ ਲਿਖੀ ਹੈਗੀ ਨੋਰਾ ਬਰਕ ਨੇ, ਜੋ ਕਿ 20ਵੀਂ ਸਦੀ ਦਾ ਇੱਕ ਬ੍ਰਿਟਿਸ਼ ਐਡਵੈਂਚਰਰ ਸੀ ਜਿਹਨੇ ਕਿ ਹਿਮਾਲਯਨ ਫੋਰੈਸਟਸ ਦੇ ਵਿੱਚ ਕਾਫੀ ਆਪਣਾ ਸਮਾਂ ਬਿਤਾਇਆ ਸੀ ਤੇ ਉੱਥੋਂ ਹੀ ਇਹ ਇੱਕ ਸੱਚੀ ਕਹਾਣੀ, ਇੱਕ ਬੱਚੇ ਦੀ ਲਾਈਫ ਦੇ ਨਾਲ ਰਿਲੇਟਡ ਕਹਾਣੀ ਉਹਨੇ ਲਈ ਤੇ ਉਹਦੇ ਬਾਰੇ 'ਚ ਉਹਨੇ ਲਿਖਿਆ। Now we will read the story. Sher Singh's little brother Kunwar lay in the hut with a pain in his stomach that was getting worse. ਸ਼ੇਰ ਸਿੰਘ ਦਾ ਛੋਟਾ ਭਰਾ ਕੁੰਵਰ ਝੌਂਪੜੀ ਦੇ ਵਿੱਚ ਪਿਆ ਸੀ। ਉਹਦੇ ਪੇਟ ਦੇ ਵਿੱਚ ਦਰਦ ਸੀ ਜੋ ਕਿ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਉਹਨੂੰ ਪਰੇਸ਼ਾਨ ਕਰ ਰਿਹਾ ਸੀ। ਸ਼ੇਰ ਸਿੰਘ ਹਿਮਸੈਲਫ ਵਾਜ਼ ਓਨਲੀ 12 years old. ਸ਼ੇਰ ਸਿੰਘ 12 ਸਾਲ ਦਾ ਸੀ। ਸਮੌਲ ਐਂਡ ਚੀਅਰਫੁਲ, ਅ ਚਾਈਲਡ ਆਫ ਦ ਜੰਗਲ, ਜਿੱਦਾਂ ਜੰਗਲ ਦੇ ਵਿੱਚ ਰਹਿਣ ਵਾਲੇ ਬੱਚੇ ਹੁੰਦੇ ਨੇ, ਬੜਾ ਖੁਸ਼ਮਿਜ਼ਾਜ ਬੱਚਾ। ਹਿਸ ਬ੍ਰਦਰ ਵਾਜ਼ ਸੈਵਰਲ ਈਅਰਸ ਯੰਗਰ ਤੇ ਉਹਦਾ ਛੋਟਾ ਭਰਾ ਉਹ ਤੋਂ ਕਈ ਸਾਲ ਛੋਟਾ ਸੀ। There had been other children of course. ਸ਼ੇਰ ਸਿੰਘ ਤੇ ਉਹਦੇ ਭਰਾ ਦੇ ਵਿਚਕਾਰ ਹੋਰ ਬੱਚੇ ਵੀ ਸਨ, but they were dead. ਪਰ ਉਹ ਸਾਰੇ ਮਰ ਚੁੱਕੇ ਸੀ, carried off by cholera and influenza. ਕਿਉਂਕਿ ਹੈਜੇ ਦੀ ਬਿਮਾਰੀ ਤੇ ਇਨਫਲੂਐਂਜ਼ਾ ਦੀ ਬਿਮਾਰੀ ਦੇ ਨਾਲ ਕਾਫੀ ਸਾਰੇ ਉਹਦੇ ਭੈਣ ਭਰਾ ਜਿਹੜੇ ਸੀ ਮਰ ਚੁੱਕੇ ਸੀ। ਹੁਣ ਫੈਮਿਲੀ ਦੇ ਵਿੱਚ ਸਿਰਫ ਉਹ ਸ਼ੇਰ ਸਿੰਘ 12 ਸਾਲ ਦਾ ਤੇ ਉਹਦਾ ਛੋਟਾ ਭਰਾ ਸੀ। I will wring out rags in boiling water and lay them on his stomach, said mother. ਮਾਂ ਨੇ ਕਿਹਾ, ਕਹਿੰਦੀ ਮੈਂ ਗਰਮ ਪਾਣੀ ਦੇ ਵਿੱਚ, ਉਬਲਦੇ ਪਾਣੀ ਦੇ ਵਿੱਚ ਕੁਝ ਕੱਪੜੇ ਨਿਚੋੜ ਕੇ ਲੈ ਕੇ ਆਉਂਦੀ ਹਾਂ ਤੇ ਇਹਦੇ ਪੇਟ ਦੇ ਉੱਪਰ ਰੱਖਦੀ ਹਾਂ, ਸ਼ਾਇਦ ਉਹਦੇ ਨਾਲ ਇਹਦਾ ਦਰਦ ਕੁਝ ਘੱਟ ਹੋਵੇ। She didn't weep. ਮਾਂ ਰੋ ਨਹੀਂ ਸੀ ਰਹੀ। She had lived through everything. ਕਿਉਂਕਿ ਉਹਨੇ ਇਹ ਸਾਰਾ ਕੁਝ ਬਾਰ-ਬਾਰ ਦੇਖਿਆ ਸੀ। ਉਹਦੇ ਬਹੁਤ ਸਾਰੇ ਬੱਚੇ ਹੋਏ ਸੀਗੇ, ਪਰ ਜੰਗਲ ਦੇ ਵਿੱਚ ਜਿੱਦਾਂ ਇਹ ਪਿੰਡਾਂ ਦੇ ਵਿੱਚ ਰਹਿੰਦੇ ਸੀ, ਜ਼ਿਆਦਾ ਮੈਡੀਕਲ ਫੈਸਿਲਿਟੀਜ਼ ਨਹੀਂ ਸੀ, ਤਾਂ ਬਹੁਤ ਸਾਰੇ ਬੱਚੇ ਉਹਦੇ ਮਰ ਚੁੱਕੇ ਸੀ, ਇਸ ਲਈ ਉਹਨੂੰ ਹੁਣ ਰੋਣਾ ਵੀ ਨਹੀਂ ਸੀ ਆਉਂਦਾ। The streaming clothes did nothing. ਤਾਂ ਉਹਨੇ ਉਬਲਦੇ ਪਾਣੀ ਦੇ ਵਿੱਚੋਂ ਕੱਪੜੇ ਨਿਚੋੜ ਕੇ ਬੱਚੇ ਦੇ ਪੇਟ ਤੇ ਰੱਖਿਆ। ਕੱਪੜੇ ਦੇ ਵਿੱਚੋਂ ਭਾਫਾਂ ਉੱਡ ਰਹੀਆਂ ਨੇ, ਸਟੀਮਿੰਗ, ਪਰ ਇਹਦੇ ਨਾਲ ਕੋਈ ਫਰਕ ਨਹੀਂ ਪਿਆ। After a while, ਸ਼ੇਰ ਸਿੰਘ's mother said. ਕੁਝ ਦੇਰ ਬਾਅਦ ਸ਼ੇਰ ਸਿੰਘ ਦੀ ਮਾਂ ਨੇ ਕਿਹਾ, he must be carried to the hospital at Kalaghat. ਉਹਨੇ ਕਿਹਾ, ਕਹਿੰਦੀ ਇਹਨੂੰ ਕਾਲਾਘਾਟ ਹਸਪੀਟਲ ਲੈ ਕੇ ਜਾਣਾ ਪਏਗਾ। Then ਸ਼ੇਰ ਸਿੰਘ knew that his brother was dying. ਫਿਰ ਸ਼ੇਰ ਸਿੰਘ ਨੂੰ ਪਤਾ ਲੱਗਿਆ ਕਿ ਉਹਦਾ ਭਰਾ ਤਾਂ ਮਰਨ ਕਿਨਾਰੇ ਸੀ। For all jungle people know that the hospital is the last resort of the doomed. ਕਿਉਂਕਿ ਜੰਗਲ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਤਾ ਸੀ ਕਿ ਹਸਪੀਟਲ
ਮਰਨ ਵਾਲਿਆਂ ਦੇ ਲਈ ਇੱਕ ਆਖਰੀ ਸਹਾਰਾ ਹੁੰਦਾ ਹੈਗਾ। ਜੋ ਬੰਦਾ ਮਰਨ ਦੇ ਕਿਨਾਰੇ ਹੋਵੇ ਉਸੇ ਨੂੰ ਹਸਪੀਟਲ ਲਿਜਾਇਆ ਜਾਂਦਾ ਹੈ। I will run for my father, he cried. ਉਹ ਚੀਕਿਆ, ਕਹਿੰਦਾ ਮੈਂ ਆਪਣੇ ਪਿਤਾ ਜੀ ਨੂੰ ਲੱਭ ਕੇ ਲੈ ਕੇ ਆਉਣਾ। It may be days before you find him. ਤਾਂ ਉਹਦੀ ਮਾਂ ਨੇ ਕਿਹਾ, ਕਹਿੰਦੀ ਨਹੀਂ, ਉਹਨੂੰ ਲੱਭਣ ਤੇ ਤੈਨੂੰ ਬਹੁਤ ਦਿਨ ਲੱਗ ਜਾਣਗੇ। Sher Singh's father was known far and wide as Sher Singh Bahadur the Brave, a famous hunter. ਸ਼ੇਰ ਸਿੰਘ ਦਾ ਪਿਤਾ ਜੋ ਸੀ ਬੇਟੇ, ਉਹਨੂੰ ਬਹੁਤ ਦੂਰ ਦੂਰ ਤੱਕ ਲੋਕ ਜਾਣਦੇ ਸੀ ਤੇ ਉਹਨੂੰ ਸ਼ੇਰ ਸਿੰਘ ਬਹਾਦਰ ਕਿਹਾ ਜਾਂਦਾ ਸੀ। ਉਹ ਇੱਕ ਫੇਮਸ ਹੰਟਰ ਸੀ, ਇੱਕ ਮਸ਼ਹੂਰ ਸ਼ਿਕਾਰੀ ਸੀ। with the title ਬਹਾਦਰ added to his name like a medal. ਉਹਦਾ ਨਾਮ ਤੇ ਸ਼ੇਰ ਸਿੰਘ ਸੀ, ਪਰ ਬਹਾਦਰ ਟਾਈਟਲ ਉਹਦੇ ਨਾਮ ਨਾਲ ਐਡ ਕੀਤਾ ਗਿਆ ਸੀਗਾ ਇੱਕ ਇਨਾਮ ਦੇ ਵਜੋਂ, because of all he had done, ਕਿਉਂਕਿ ਹੁਣ ਤੱਕ ਉਹਨੇ ਬੜੇ ਬਹਾਦਰੀ ਭਰੇ ਕਾਰਨਾਮੇ ਕੀਤੇ ਸੀ। He lived his life here in ਲਾਲ ਦਵਾਨੀ village. ਤਾਂ ਜਿਹੜਾ ਇਹ ਜੰਗਲ ਦੇ ਵਿੱਚ ਪਿੰਡ ਹੈਗਾ ਬੇਟੇ, ਇਹਦਾ ਨਾਮ ਲਾਲ ਦਵਾਨੀ ਪਿੰਡ ਹੈਗਾ। ਉਹਨੇ ਆਪਣੀ ਸਾਰੀ ਜ਼ਿੰਦਗੀ ਇਸ ਜੰਗਲ ਦੇ ਲਾਲ ਦਵਾਨੀ ਪਿੰਡ 'ਚ ਕੱਢ ਦਿੱਤੀ ਸੀ। grazing his animals, cultivating his bit of land. ਪਸ਼ੂਆਂ ਨੂੰ ਚਰਾਉਂਦਾ ਸੀ, ਥੋੜੀ ਬਹੁਤ ਜ਼ਮੀਨ ਸੀ, ਉੱਥੇ ਖੇਤੀ ਕਰਦਾ ਸੀ। But whenever an expedition entered the jungle in search of big game, they sent for Bahadur the Brave. ਪਰ ਜਦੋਂ ਵੀ ਜੰਗਲ ਦੇ ਵਿੱਚ in search of big game ਕਿਹਾ ਜਾਂਦਾ ਹੈਗਾ ਬੇਟੇ ਸ਼ੇਰ ਦਾ ਸ਼ਿਕਾਰ। ਜਦੋਂ ਵੀ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜੰਗਲ ਦੇ ਵਿੱਚ ਅੰਗਰੇਜ਼ ਅਧਿਕਾਰੀ ਆਉਂਦੇ, ਐਕਸਪੀਡੀਸ਼ਨ ਹੁੰਦੀ ਹੈ ਮੁਹਿੰਮ। ਤਾਂ ਇਹ ਕਹਾਣੀ ਉਸ ਟਾਈਮ ਦੀ ਹੈ ਬੇਟੇ ਜਦੋਂ ਅੰਗਰੇਜ਼ ਰਾਜ ਕਰ ਰਹੇ ਸੀਗੇ, ਬ੍ਰਿਟਿਸ਼ ਰੂਲ ਸੀ ਇੰਡੀਆ ਦੇ ਵਿੱਚ। ਤਾਂ ਅੰਗਰੇਜ਼ ਜੰਗਲਾਂ ਦੇ ਵਿੱਚ ਜਾਂਦੇ ਹੁੰਦੇ ਸੀ ਸ਼ੇਰ ਦਾ ਸ਼ਿਕਾਰ ਖੇਡਣ ਦੇ ਲਈ। ਇਹ ਉਹਨਾਂ ਦਾ ਇੱਕ ਫੇਵਰਟ, ਆਪਾਂ ਇਹ ਕਹੀਏ ਕਿ ਇੱਕ ਸ਼ੌਂਕ ਸੀ ਉਹਨਾਂ ਦਾ। ਤਾਂ ਜਦੋਂ ਵੀ ਅੰਗਰੇਜ਼ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ, ਬਿਗ ਗੇਮ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜੰਗਲ 'ਚ ਆਉਂਦੇ ਤਾਂ ਉਹ ਬਹਾਦਰ ਨੂੰ ਬੁਲਾ ਲੈਂਦੇ, ਸ਼ੇਰ ਸਿੰਘ ਬਹਾਦਰ ਨੂੰ ਬੁਲਾਉਂਦੇ। All along his skull and back and shoulder went a scar, where claws had opened his flesh to the bone, when he was pulling a comrade away from a tiger. ਤਾਂ ਸ਼ੇਰ ਸਿੰਘ ਦੇ ਜੋ ਸਿਰ ਹੈ, ਜੋ ਉਹਦਾ ਖੋਪੜੀ ਹੈ, ਸਕਲ ਹੈ, ਬੈਕ ਉਹਦੀ ਜਿਹੜੀ ਗਰਦਨ ਹੈਗੀ ਹੈ, ਮੋਢੇ ਨੇਗੇ, ਉਹਨਾਂ ਦੇ ਉੱਪਰ ਇੱਕ ਵੱਡਾ ਦਾਗ ਪਿਆ ਹੋਇਆ ਹੈਗਾ, ਇੱਕ ਨਿਸ਼ਾਨ ਪਿਆ ਹੋਇਆ ਹੈਗਾ। ਕਿਹਦਾ ਬੇਟੇ? ਕਲੌਜ਼, ਸ਼ੇਰ ਦੇ ਪੰਜਿਆਂ ਦਾ। ਸ਼ੇਰ ਨੇ ਪੰਜਾ ਮਾਰ ਕੇ ਉਹਦਾ ਜਿਹੜਾ ਸੀ ਪੂਰਾ ਮਾਸ ਜਿਹੜਾ ਸੀ ਚੀਰ ਕੇ ਰੱਖ ਦਿੱਤਾ ਸੀ। ਕਦੋਂ? when he was pulling a comrade away from a tiger, ਜਦੋਂ ਉਹਨੇ ਇੱਕ ਸ਼ੇਰ ਤੋਂ ਆਪਣੇ ਸਾਥੀ ਨੂੰ ਬਚਾਇਆ ਸੀ। ਤਾਂ ਸ਼ੇਰ ਸਿੰਘ ਇੰਨਾ ਬਹਾਦਰ ਸੀ ਕਿ ਉਹਨੇ ਇੱਕ ਵਾਰ ਇੱਕ ਅੰਗਰੇਜ਼ ਸਾਥੀ ਨੂੰ, ਆਪਣੇ ਕਿਸੇ ਸਾਥੀ ਨੂੰ ਸ਼ੇਰ ਦੇ ਮੂੰਹ ਤੋਂ ਬਚਾ ਲਿਆ ਸੀ। now he was away in the jungle with an expedition. ਤੇ ਹੁਣ ਵੀ ਸ਼ੇਰ ਸਿੰਘ ਬਹਾਦਰ ਜੋ ਕਿ ਛੋਟੇ ਬੱਚੇ ਦਾ ਫਾਦਰ ਹੈ, ਉਹ ਜੰਗਲ ਦੇ ਵਿੱਚ ਏਦਾਂ ਮੁਹਿੰਮ ਤੇ ਗਿਆ ਹੋਇਆ ਸੀ। all the men of ਲਾਲ ਦਵਾਨੀ village too were away as beaters. ਇੱਥੋਂ ਤੱਕ ਕਿ ਲਾਲ ਦਵਾਨੀ ਪਿੰਡ ਦੇ ਬਾਕੀ ਆਦਮੀ ਵੀ ਨਹੀਂ ਸੀ ਪਿੰਡ ਦੇ ਵਿੱਚ। ਕਿਉਂ? ਕਿਉਂਕਿ ਉਹ ਸਾਰੇ ਬੀਟਰਸ ਦੇ ਤੌਰ ਤੇ ਉਹਦੇ ਨਾਲ ਗਏ ਹੋਏ ਸੀ। ਹੁਣ ਬੀਟਰਸ ਕੀ ਹੁੰਦਾ ਹੈਗਾ ਬੇਟੇ? ਜੰਗਲ ਦੇ ਵਿੱਚ ਜਦੋਂ ਸ਼ਿਕਾਰ ਹੁੰਦਾ ਹੈਗਾ ਤਾਂ ਜਾਨਵਰਾਂ ਨੂੰ ਡਰਾਉਣ ਦੇ ਲਈ, ਉਹਨਾਂ ਨੂੰ ਉਹਨਾਂ ਦੇ ਹਾਈਡਿੰਗ ਪਲੇਸਿਸ 'ਚੋਂ ਬਾਹਰ ਕੱਢਣ ਦੇ ਲਈ ਡਰਮ ਬੀਟ ਕੀਤੇ ਜਾਂਦੇ ਨੇ, ਜ਼ੋਰ ਜ਼ੋਰ ਦੇ ਢੋਲ ਵਗੈਰਾ ਵਜਾਏ ਜਾਂਦੇ ਨੇਗੇ, ਤਾਂ ਕਿ ਜਿਹੜੇ ਪਸ਼ੂ ਨੇਗੇ ਬਾਹਰ ਨਿਕਲਣ ਤੇ ਅੰਗਰੇਜ਼ ਅਧਿਕਾਰੀ ਜੋ ਵੀ ਹੈਗੇ ਨੇ ਉਹਨਾਂ ਦਾ ਸ਼ੌਂਕ ਪੂਰਾ ਹੋ ਸਕੇ ਸ਼ਿਕਾਰ ਕਰਨ ਦਾ। ਤੇ ਇਹ ਜਾਂਦੇ ਕਿਉਂ ਸੀ ਬੇਟੇ ਜੰਗਲ ਦੇ ਲੋਕ? ਕਿਉਂਕਿ ਬਦਲੇ ਦੇ ਵਿੱਚ ਅੰਗਰੇਜ਼ ਉਹਨਾਂ ਨੂੰ ਪੈਸੇ ਦਿੰਦੇ ਸੀ, ਤਾਂ ਇਹ ਉਹਨਾਂ ਦਾ ਇੱਕ ਅਰਨਿੰਗ ਦਾ ਸੋਰਸ ਸੀਗਾ। that was the reason ਕਿ ਇਹ ਸਾਰੇ ਲੋਕ ਫਿਰ ਇੱਦਾਂ ਦੀ ਕੋਈ ਵੀ ਐਕਸਪੀਡੀਸ਼ਨ ਹੁੰਦੀ ਸੀ ਸ਼ਿਕਾਰ ਦੀ ਤਾਂ ਉਹ ਸਾਰੇ ਜਾਂਦੇ ਸੀ। In this mud and grass hut upon the floor of trodden earth, Kungar lay crying sometimes but mostly glazed and silent. ਮਿੱਟੀ ਤੇ ਘਾਹ ਦੀ ਬਣੀ ਹੋਈ ਇਸ ਗਰੀਬੜੀ ਜੀ ਝੌਂਪੜੀ ਦੇ ਮਿੱਟੀ ਦੇ ਬਣੇ ਫਰਸ਼ ਦੇ ਉੱਪਰ, ਕੱਚੇ ਫਰਸ਼ ਦੇ ਉੱਪਰ ਕੁੰਵਰ ਪਿਆ ਰੋ ਰਿਹਾ ਸੀ। ਕਦੇ ਰੋਂਦਾ ਸੀ, ਕਦੇ ਚੁੱਪ ਕਰ ਜਾਂਦਾ ਸੀ, ਪਰ ਬਹੁਤਾ ਸਮਾਂ ਉਹ ਚੁੱਪਚਾਪ ਖਾਮੋਸ਼ ਦੇਖਦਾ ਰਹਿੰਦਾ ਸੀ। ਸ਼ੇਰ ਸਿੰਘ saw death in his younger brother's eyes. ਸ਼ੇਰ ਸਿੰਘ ਨੂੰ ਲੱਗਿਆ ਕਿ ਉਹਦੇ ਭਰਾ ਦੀਆਂ ਅੱਖਾਂ ਦੇ ਵਿੱਚ ਜਿਵੇਂ ਮੌਤ ਹੋ ਗਈ। ਉਹ ਡਰ ਗਿਆ। there are no men in the village, I will take him. ਤੇ ਉਹਨੇ ਕਿਹਾ, ਕਹਿੰਦਾ ਪਿੰਡ ਦੇ ਵਿੱਚ ਵੀ ਕੋਈ ਆਦਮੀ ਨਹੀਂ ਹੈਗਾ, ਇਸ ਲਈ ਮੇਰੇ ਭਰਾ ਨੂੰ ਮੈਂ ਲੈ ਕੇ ਜਾਵਾਂਗਾ, ਇਹਨੂੰ ਹਸਪੀਟਲ ਲੈ ਕੇ ਜਾਣ ਦਾ ਜ਼ਿੰਮਾ ਮੇਰਾ। His mother must stay behind to mind the cattle and work on the land without which they would all starve. ਉਹਦੀ ਮਾਂ ਨੂੰ ਤੇ ਪਿੰਡ ਦੇ ਵਿੱਚ ਹੀ ਰਹਿਣਾ ਪਏਗਾ ਕਿਉਂਕਿ ਪਸ਼ੂ ਵੀ ਸੀ, ਉਹਨਾਂ ਨੂੰ ਵੀ ਦੇਖਣਾ ਸੀ ਤੇ ਜ਼ਮੀਨ ਦੇ ਉੱਪਰ ਖੇਤੀ ਦਾ ਕੰਮ ਵੀ ਦੇਖਣਾ ਸੀ, ਜਿਹਦੇ ਬਿਨਾਂ ਉਹ ਸਾਰੇ ਭੁੱਖੇ ਮਰ ਸਕਦੇ ਸੀ। And he and she both understood this without saying so. ਇੱਕ ਦੂਜੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਸੀ, ਦੋਹਾਂ ਨੂੰ ਇਸ ਗੱਲ ਦੀ ਸਮਝ ਸੀ।
She took one of her two sarees. ਤਾਂ ਸ਼ੇਰ ਸਿੰਘ ਦੀ ਮਦਰ ਨੇ ਕੀ ਕੀਤਾ ਬੇਟਾ, ਉਹਨੇ ਆਪਣੀ ਇੱਕ ਸਾੜੀ ਕੱਢੀ, ਮੇਕਿੰਗ ਅ ਸਲਿੰਗ ਫॉर ਸ਼ੇਰ ਸਿੰਘ, ਤੇ ਉਹਦੀ ਇੱਕ ਸਲਿੰਗ ਬਣਾਈ। ਸਲਿੰਗ ਬੇਟੇ ਜਿੱਦਾਂ ਆਪਾਂ ਕਹਿੰਦੇ ਆ ਕਿ ਆਪਣਾ ਮੋਢਿਆਂ ਦੇ ਉੱਪਰ ਟੰਗਣ ਦੇ ਲਈ ਇੱਕ ਝੋਲੀ ਬਣਾ ਲਈ। ਲਿਫਟਡ ਅਪ ਕੁੰਵਰ, ਕੁੰਵਰ ਨੂੰ ਚੁੱਕਿਆ, ਐਂਡ ਪੁੱਟ ਹਿਮ ਇਨਟੂ ਇਟ, ਤੇ ਕੁੰਵਰ ਨੂੰ ਚੁੱਕ ਕੇ ਇਸ ਝੋਲੀ ਦੇ ਵਿੱਚ ਪਾ ਦਿੱਤਾ। ਸ਼ੇਰ ਸਿੰਘ could feel immediately the heat of boy's body burning through the cotton cloth on his back। ਜਿਵੇਂ ਸ਼ੇਰ ਸਿੰਘ ਨੇ ਆਪਣੀ ਪਿੱਠ ਦੇ ਉੱਪਰ ਯਾਨੀ ਕਿ ਮੋਢਿਆਂ ਦੇ ਉੱਪਰ ਬੇਟੇ ਉਹ ਸਲਿੰਗ ਉਹਦੀ ਮਦਰ ਨੇ ਟੰਗ ਦਿੱਤੀ, ਕੱਪੜੇ ਦੀ ਬਣਾਈ ਹੋਈ ਝੋਲੀ, ਤੇ ਉਹਦੇ ਵਿੱਚ ਜਿਵੇਂ ਹੀ ਬੱਚੇ ਨੂੰ ਲਿਟਾਇਆ ਤਾਂ ਸ਼ੇਰ ਸਿੰਘ ਨੂੰ ਫੀਲ ਹੋਇਆ ਕਿ ਬੱਚੇ ਦਾ ਸਰੀਰ ਜਿਹੜਾ ਸੀਗਾ ਬਿਲਕੁਲ ਅੱਗ ਦੀ ਤਰ੍ਹਾਂ ਜਲ ਰਿਹਾ ਸੀ ਬੁਖਾਰ ਦੇ ਨਾਲ। ਹੀ ਫੈਲਟ ਦਾ ਵੇਟ ਟੂ, ਉਹਨੂੰ ਭਾਰ ਵੀ ਮਹਿਸੂਸ ਹੋਇਆ। ਐਂਡ ਵੰਡਰਡ ਹਾਊ ਹੀ ਵਾਸ ਗੋਇੰਗ ਟੂ ਮੈਨੇਜ, ਔਰ ਉਹ ਹੈਰਾਨ ਸੀ, ਉਹਨੂੰ ਪਤਾ ਨਹੀਂ ਸੀਗਾ ਕਿ ਮੈਂ ਇਹ ਸਾਰਾ ਕੁਝ ਕਿੱਦਾਂ ਮੈਨੇਜ ਕਰਾਂਗਾ। ਹੀ ਇਜ਼ ਟੂ ਬਿਗ ਫॉर ਯੂ ਸੈਡ ਮਦਰ, ਹਿਜ਼ ਮਦਰ ਵਿਸਪਰਡ ਇਨ ਡਿਸਪੇਅਰ। ਮਦਰ ਥੋੜੀ ਜਿਹੀ ਨਿਰਾਸ਼ ਸੀ ਮਾਂ, ਔਰ ਉਹ ਹੌਲੀ ਜਿਹੀ ਬੋਲੀ, ਕਹਿੰਦੀ ਤੇਥੋਂ ਇਹ ਚੁੱਕਿਆ ਨਹੀਂ ਜਾਏਗਾ, ਤੂੰ ਵੀ ਤਾਂ ਛੋਟਾ ਜਿਹਾ ਬੱਚਾ, 12 ਸਾਲ ਦਾ ਬੱਚਾ ਹੈ, ਤੂੰ ਵੀ ਤਾਂ ਛੋਟਾ ਹੈਗਾ। ਹੀ ਇਜ਼ ਟੂ ਬਿਗ ਫॉर, ਤੇਰੇ ਲਈ ਇਹ ਕਾਫੀ ਭਾਰਾ ਹੈ। ਯੂ ਵਿਲ ਨੈਵਰ ਗੈਟ ਦੇਅਰ, ਤੂੰ ਇਹਨੂੰ ਲੈ ਕੇ ਪਹੁੰਚ ਨਹੀਂ ਸਕਦਾ। ਸ਼ੇਰ ਸਿੰਘ ਸੈਡ ਨਥਿੰਗ, ਪਰ ਸ਼ੇਰ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ। ਹੀ ਸੈਟ ਆਫ ਇਨਟੂ ਦ ਜੰਗਲ ਇਨ ਦ ਔਰੇਂਜ ਗਲੋ ਆਫ ਇਵਨਿੰਗ, ਉਹ ਜੰਗਲ ਵੱਲ ਨੂੰ ਤੁਰ ਪਿਆ। ਸ਼ਾਮ ਦਾ ਸਮਾਂ ਸੀ, ਸੂਰਜ ਛੁਪ ਰਿਹਾ ਸੀ। Kalaghat was 80 kilometers away, but Sher Singh hoped that if he could get through the jungle and cross the two rivers in between, he might get a lift in the bulk cart, or perhaps even a broken down truck for the last part of his journey। Kalaghat 80 ਕਿਲੋਮੀਟਰ ਦੂਰ ਸੀ, but ਸ਼ੇਰ ਸਿੰਘ ਨੂੰ ਉਮੀਦ ਸੀ if he could get through the jungle, ਕਿ ਜੇ ਉਹ ਜੰਗਲ ਦੇ ਵਿੱਚੋਂ ਦੀ ਲੰਘ ਜਾਵੇ, cross the two rivers, ਦੋਹਾਂ ਦਰਿਆਵਾਂ ਨੂੰ ਪਾਰ ਕਰ ਲਵੇ, he might get a lift in the bulk cart। ਉਸ ਤੋਂ ਬਾਅਦ ਜੰਗਲ ਚੋਂ ਇੱਕ ਵਾਰੀ ਬਾਹਰ ਹੋ ਗਿਆ ਤਾਂ ਉਸਨੂੰ ਕਿਸੇ ਬੈਲ ਗੱਡੀ ਦੇ ਵਿੱਚ ਜਾਂ ਸ਼ਾਇਦ ਕਿਸੇ ਟਰੱਕ ਦੇ ਵਿੱਚ ਉਹਨੂੰ ਬਾਕੀ ਆਪਣੀ ਜਰਨੀ ਦੇ ਲਈ ਜੋ ਹੈ ਲਿਫਟ ਮਿਲ ਜਾਵੇ, ਫਿਰ ਤਾਂ ਉਹਨੂੰ ਕੋਈ ਨਾ ਕੋਈ ਬੈਲ ਗੱਡੀ ਜਾਂ ਕੋਈ ਟਰੱਕ ਮਿਲ ਸਕਦਾ ਹੈ। He was alone on the track that wound into the forest। ਹੁਣ ਉਹ ਇਕੱਲਾ ਉਸ ਰਸਤੇ ਤੇ ਤੁਰ ਪਿਆ ਜਿਹੜਾ ਰਸਤਾ ਜੰਗਲ ਵੱਲ ਨੂੰ ਜਾਂਦਾ ਸੀ। into night, ਹਨੇਰੀ ਰਾਤ ਦੇ ਵਿੱਚ। now quite alone in the, ਭਾਵੇਂ ਕਿ ਉਹ ਬਿਲਕੁਲ ਇਕੱਲਾ ਨਹੀਂ ਸੀ। around him lay the forest, ਕਿਉਂਕਿ ਉਹਦੇ ਆਲੇ ਦੁਆਲੇ ਜੰਗਲ ਸੀ। in which the struggle of life continued as it had done since the beginning of the world, ਜਿੱਥੇ ਕਿ ਜ਼ਿੰਦਗੀ ਦਾ ਸੰਘਰਸ਼ ਚੱਲਦਾ ਰਹਿੰਦਾ ਹੈਗਾ, ਤੇ ਇਹ ਜੰਗਲ ਐਦਾਂ ਹੀ ਸੀ ਜਿਵੇਂ ਕਿ ਦੁਨੀਆ ਦੀ ਸ਼ੁਰੂਆਤ ਦੇ ਵਿੱਚ ਸੀ। the deer was now so poached and decimated that the beasts of prey had to kill domestic animals। ਜੰਗਲ ਦੇ ਵਿੱਚ ਹਿਰਨ ਦਾ ਸ਼ਿਕਾਰ ਇੰਨਾ ਕੁ ਜ਼ਿਆਦਾ ਹੋ ਚੁੱਕਾ ਸੀਗਾ ਕਿ ਉਹ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਸੀ। beasts of prey, beasts of prey ਹੁੰਦੇ ਨੇ ਬੇਟਾ ਲਾਇਨ, ਟਾਈਗਰ, ਬੀਅਰਸ, ਠੀਕ ਹੈ, ਜੋ ਸ਼ਿਕਾਰੀ ਜਾਨਵਰ ਨੇ। ਕਿ ਸ਼ਿਕਾਰੀ ਜਾਨਵਰ ਹੁਣ ਪਿੰਡਾਂ ਦੇ ਵਿੱਚ ਡੋਮੈਸਟਿਕ ਐਨੀਮਲਸ ਨੂੰ ਕਿਲ ਕਰਨ ਲੱਗ ਪਏ ਸੀ। ਡੋਮੈਸਟਿਕ ਐਨੀਮਲਸ ਬੇਟੇ ਜਿਨ੍ਹਾਂ ਨੂੰ ਘਰਾਂ 'ਚ ਰੱਖਿਆ ਜਾਂਦਾ ਹੈ, ਚਾਹੇ ਉਹ ਕਾਊਜ਼ ਨੇ, ਬਫਲੋਜ਼ ਨੇ, ਆਪਾਂ ਕਹੀਏ ਕਿ ਗੋਟਸ ਨੇ, ਹੈ ਨਾ, ਬੱਕਰੀਆਂ ਨੇ, ਤਾਂ ਉਹਨਾਂ ਨੂੰ ਮਾਰਿਆ ਜਾਂਦਾ ਸੀ ਫॉर ਫੂਡ, ਸਮਟਾਈਮਸ ਈਵਨ ਮੈਨ। ਇੱਥੋਂ ਤੱਕ ਕਿ ਜਿਹੜੇ ਇਹ ਜੰਗਲੀ ਜਾਨਵਰ ਸੀ ਮਨੁੱਖ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਸੀ। ਕਿਉਂ? ਇਸ ਬਾਰੇ 'ਚ ਇਹੀ ਦੱਸਿਆ ਗਿਆ ਬੇਟਾ, ਲਾਈਨਸ ਦਾ ਮਤਲਬ ਇਹ ਹੈਗਾ ਕਿ ਹਿਰਨ ਦਾ ਸ਼ਿਕਾਰ ਇੰਨਾ ਜ਼ਿਆਦਾ ਹੁੰਦਾ ਸੀਗਾ ਕਿ ਜਿਹੜੇ ਸ਼ਿਕਾਰੀ ਜਾਨਵਰ ਨੇ ਉਹਨਾਂ ਦਾ ਜਿਹੜਾ ਇੱਕ ਨੈਚੁਰਲ ਭੋਜਨ ਹੈਗਾ ਡੀਅਰ, ਠੀਕ ਹੈ, ਉਹ ਤਾਂ ਖਤਮ ਹੋਣ ਦੀ ਕਗਾਰ ਤੇ ਸੀ ਕਿਉਂਕਿ ਉਹਦਾ ਸ਼ਿਕਾਰ ਜਿਹੜੇ ਮਨੁੱਖ ਸੀ ਉਹ ਕਰ ਰਹੇ ਸੀ। ਤਾਂ ਇਹਨਾਂ ਬੀਸਟਸ ਆਫ ਪ੍ਰੇ ਨੂੰ ਹੁਣ ਆਪਣੀ ਭੁੱਖ ਮਿਟਾਉਣ ਦੇ ਲਈ ਡੋਮੈਸਟਿਕ ਐਨੀਮਲਸ ਇੱਥੋਂ ਤੱਕ ਕਿ ਮਨੁੱਖਾਂ ਦਾ ਵੀ ਸ਼ਿਕਾਰ ਕਰ ਸਕਦੇ ਸੀ। ਨਾਈਟ ਫੈਲ, ਰਾਤ ਪੈ ਗਈ। ਸਕਾਈ ਬਲੇਜ਼ਡ ਵਿਦ ਸਟਾਰਸ, ਆਸਮਾਨ ਤਾਰਿਆਂ ਦੇ ਨਾਲ ਚਮਕ ਉੱਠਿਆ। ਪ੍ਰੈਜ਼ੈਂਟਲੀ ਦ ਮੂਨ ਰੋਜ਼, ਚੰਦਰਮਾ ਚੜ ਗਿਆ। ਸਾਈਟ ਆਫ ਬੀਅਰ ਟ੍ਰੈਕਸ ਇਨ ਦ ਡਸਟ, ਤੇ ਜਿਵੇਂ ਚੰਦਰਮਾ ਦੀ ਰੋਸ਼ਨੀ ਹੋਈ ਕੁੰਵਰ ਨੇ ਦੇਖਿਆ ਕਿ ਰੇਤੇ ਦੇ ਵਿੱਚ ਭਾਲੂ ਦੇ ਪੈਰਾਂ ਦੇ ਨਿਸ਼ਾਨ ਸੀ। ਬੀਅਰ ਟ੍ਰੈਕਸ, the square front paw and long back one with the shaggy claws made him glance round uneasily। ਤਾਂ ਉਹਨੂੰ ਪਛਾਣ ਸੀ ਕਿਉਂਕਿ ਉਹ ਜੰਗਲ ਦੇ ਵਿੱਚ ਪੈਦਾ ਹੋਇਆ ਸੀ, ਉਹਨੂੰ ਸਾਰੇ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਚੰਗੀ ਤਰ੍ਹਾਂ ਪਤਾ ਸੀ। ਤਾਂ ਉਹਨੇ ਦੇਖਿਆ ਕਿ ਅਗਲਾ ਪੰਜਾ ਸਕੁਆਇਰ ਸ਼ੇਪ ਦਾ, ਪਿਛਲਾ ਲੰਬਾ, ਸ਼ੈਗੀ ਕਲੌਜ਼, ਤੇ ਇੱਕਦਮ ਉਹਨੇ ਬੜੀ ਬੇਚੈਨੀ ਨਾਲ ਆਲੇ ਦੁਆਲੇ ਦੇਖਿਆ। he had once seen a man who had been mauled by a bear, ਕਿਉਂਕਿ ਇੱਕ ਵਾਰ ਉਹਨੇ ਇੱਕ ਆਦਮੀ ਨੂੰ ਦੇਖਿਆ ਸੀ ਜਿਹਦੇ ਉੱਪਰ ਇੱਕ ਰਿਛ ਨੇ, ਇੱਕ ਭਾਲੂ ਨੇ ਅਟੈਕ ਕੀਤਾ ਸੀ। all his face torn away, ਤੇ ਉਸ ਆਦਮੀ ਦਾ ਸਾਰਾ ਚਿਹਰਾ ਜਿਹੜਾ ਸੀਗਾ ਉਹ ਬਿਲਕੁਲ ਚੀਰ ਕੇ ਰੱਖ ਦਿੱਤਾ ਗਿਆ ਸੀ।
He quickened his steps. शेर सिंह जल्दी जल्दी तुरन लग्या क्योंकि जरूर इथों दी भालू लंघिया सी ते ओ किते आले दुआले ही होवेगा. Soon on a cliff Awaba river bed, शेर सिंह knew he could go no further without rest. जल्दी ही वो एक क्लिफ ਦੇ ਉੱਪਰ ਪਹੁੰਚ ਗਿਆ. ਅਵਾਬਾ ਰਿਵਰ ਬੈਡ ਹੁਣ ਉਹ ਦਰਿਆ ਦੇ ਕਿਨਾਰੇ ਤੇ ਸੀ, ਇੱਕ ਛੋਟੀ ਪਹਾੜੀ ਦੇ ਉੱਪਰ ਪਹੁੰਚ ਗਿਆ. ਸ਼ੇਰ ਸਿੰਘ ਨੂੰ ਪਤਾ ਸੀਗਾ ਕਿ ਬਿਨਾਂ ਥੋੜਾ ਆਰਾਮ ਕੀਤੇ ਉਹ ਅੱਗੇ ਨਹੀਂ ਜਾ ਸਕਦਾ. He set Kunwar down gently. ਉਹਨੇ ਕੁੰਵਰ ਨੂੰ ਬੜੇ ਆਰਾਮ ਦੇ ਨਾਲ ਨੀਚੇ ਰੱਖਿਆ. Suddenly all Sher Singh's muscles shrinking back to their natural position thrilled with piercing pain. ਅਚਾਨਕ ਸ਼ੇਰ ਸਿੰਘ ਦੇ ਮਸਲਸ, ਕਿਉਂਕਿ ਹੁਣ ਤੱਕ ਤਾਂ ਤੁਰਿਆ ਆ ਰਿਹਾ ਸੀਗਾ ਬੇਟੇ, ਬੱਚੇ ਨੂੰ ਆਪਣੇ ਮੋਢਿਆਂ ਦੇ ਉੱਪਰ ਸਲਿੰਗ ਦੇ ਨਾਲ ਚੁੱਕ ਕੇ, ਤੇ ਜਿਵੇਂ ਹੀ ਉਹਨੇ ਬੱਚੇ ਨੂੰ ਨੀਚੇ ਰੱਖਿਆ ਤਾਂ ਉਹਦੇ ਮਸਲਸ ਦੁਬਾਰਾ ਆਪਣੀ ਪੋਜੀਸ਼ਨ ਦੇ ਵਿੱਚ ਆਏ ਤੇ ਇੱਕ ਬੜੀ ਤਿੱਖੀ ਦਰਦ ਜਿਹੜਾ ਸੀਗਾ ਉਹਦੇ ਪੂਰੇ ਸਰੀਰ ਦੇ ਵਿੱਚ ਹੋ ਰਿਹਾ ਸੀ. He lay against a tree with his eyes shut, recovering. ਤੇ ਉਹਨੇ ਇੱਕ ਦਰਖਤ ਦੇ ਤਣੇ ਦੇ ਨਾਲ ਸਹਾਰਾ ਲਾ ਕੇ ਉਹ ਬੈਠ ਗਿਆ, ਅੱਖਾਂ ਬੰਦ ਕਰਕੇ ਬੈਠ ਗਿਆ. ਰਿਕਵਰਿੰਗ, ਉਹ ਆਪਣੇ ਆਪ ਨੂੰ ਰਿਫਰੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ. It was then that he heard the jostle and squeal of elephants. ਉਸੇ ਵਕਤ ਉਹਨੇ ਹਾਥੀਆਂ ਦੇ ਚਿੰਘਾੜਨ ਦੀ ਤੇ ਰੌਲਾ ਪਾਉਣ ਦੀ ਆਵਾਜ਼ ਸੁਣੀ. Below him on each side of the shallow river bed the elephants traveled. ਕਿ ਉਹਨੇ ਦੇਖਿਆ ਜਦੋਂ ਕਿਉਂਕਿ ਥੋੜੀ ਉੱਚੀ ਪਹਾੜੀ ਦੇ ਉੱਪਰ ਬੈਠਾ, ਜਦੋਂ ਉਹਨੇ ਪਹਾੜੀ ਤੋਂ ਨੀਚੇ ਵੱਲ ਨੂੰ ਦੇਖਿਆ ਤਾਂ ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਪਰ ਐਲੀਫੈਂਟ ਜਾ ਰਹੇ ਸੀ. He could see the cows and the babies. ਤਾਂ ਕਾਊ ਬੇਟੇ ਫੀਮੇਲ ਐਲੀਫੈਂਟ ਨੂੰ ਕਿਹਾ ਜਾਂਦਾ ਹੈਗਾ, ਠੀਕ ਹੈ, ਹਾਥੀ, ਹਥਨੀਆਂ ਤੇ ਉਹਨਾਂ ਦੇ ਬੇਬੀਜ਼ ਵੀ ਜਾ ਰਹੇ ਸੀ. ਐਂਡ ਵਨ ਗ੍ਰੇਟ ਓਲਡ ਟਸਕਰ, ਤੇ ਇੱਕ ਵੱਡਾ ਬੁੱਢਾ ਟਸਕਰ ਵੀ ਉਹਨਾਂ ਦੇ ਨਾਲ ਸੀ. ਟਸਕਰ ਬੇਟੇ ਐਲੀਫੈਂਟਸ ਹੁੰਦੇ ਨੇਗੇ, ਸਾਰਿਆਂ ਨੇ ਤੁਸੀਂ ਐਲੀਫੈਂਟ ਦੇਖਿਆ ਹੋਇਆ, ਉਹਦੇ ਕਾਫੀ ਲੰਬੇ ਟੀਥ ਹੁੰਦੇ ਨੇਗੇ, ਠੀਕ ਹੈ, ਤਾਂ ਜੋ ਲੰਬੇ ਟੀਥ ਵਾਲਾ ਹੁੰਦਾ ਹੈਗਾ ਉਹਨੂੰ ਟਸਕਰ ਬੋਲਿਆ ਜਾਂਦਾ ਹੈ. He was playing his trunk to and fro to learn whatever the breeze could tell him. ਤੇ ਇਹ ਜਿਹੜਾ ਬੁੱਢਾ ਹਾਥੀ ਸੀ, ਇਹ ਆਪਣੀ ਸੁੰਡ ਨੂੰ ਇੱਧਰ ਉੱਧਰ ਲਹਿਰਾ ਰਿਹਾ ਸੀ ਕਿਉਂਕਿ ਉਹ ਹਵਾ 'ਚੋਂ ਕੁਝ ਸੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀ. Suddenly he hesitated, ਤੇ ਅਚਾਨਕ ਉਹ ਰੁਕ ਗਿਆ. The trunk came round toward the boys, ਕਿਉਂਕਿ ਉਹਦੀ ਸੁੰਡ ਲੜਕਿਆਂ ਵੱਲ ਨੂੰ ਮੁੜੀ. ਸ਼ੇਰ ਸਿੰਘ chilled with fright. ਸ਼ੇਰ ਸਿੰਘ ਡਰ ਦੇ ਨਾਲ ਉਹਦਾ ਖੂਨ ਜੰਮ ਗਿਆ. With Kunwar to carry, he could neither climb nor run. ਕੁੰਵਰ ਨੂੰ ਚੁੱਕ ਕੇ ਨਾ ਤਾਂ ਉਹ ਪਹਾੜੀ ਤੇ ਹੋਰ ਉੱਪਰ ਚੜ ਸਕਦਾ ਸੀ, ਨਾ ਹੀ ਦੌੜ ਸਕਦਾ ਸੀ. Prayer after prayer fled upon from his frightened spirit. ਇੱਕ ਤੋਂ ਬਾਅਦ ਇੱਕ ਅਰਦਾਸ ਉਹਦੇ ਅੰਦਰੋਂ ਨਿਕਲਣ ਲੱਗੀ, ਅੰਦਰੋਂ ਅਰਦਾਸਾਂ ਕਰਨ ਲੱਗਿਆ. The tusker snorted, trumpeted, shook his head. ਤਾਂ ਟਸਕਰ ਨੇ ਫੁੰਕਾਰੇ ਮਾਰੇ, ਉੱਚੀ ਉੱਚੀ ਚਿੰਘਾੜਿਆ ਤੇ ਆਪਣਾ ਸਿਰ ਹਿਲਾਇਆ. Suddenly he hurried on angrily up the river bed. ਤੇ ਅਚਾਨਕ ਉਹ ਗੁੱਸੇ ਦੇ ਵਿੱਚ ਆ ਕੇ ਦਰਿਆ ਵੱਲ ਨੂੰ ਦੌੜ ਗਿਆ. All the herd with him. ਤੇ ਜਿਵੇਂ ਉਹ ਦੌੜਿਆ, ਉਹਦਾ ਪੂਰੇ ਦਾ ਪੂਰਾ ਝੁੰਡ, ਬਾਕੀ ਹਾਥੀ ਉਹਦੇ ਨਾਲ ਦੌੜ ਗਏ. They disappeared. ਤੇ ਉਸ ਤੋਂ ਬਾਅਦ ਉਹ ਅਲੋਪ ਹੋ ਗਏ. ਸ਼ੇਰ ਸਿੰਘ breathed another prayer of thanks this time. ਸ਼ੇਰ ਸਿੰਘ ਨੇ ਇੱਕ ਹੋਰ ਅਰਦਾਸ ਕੀਤੀ. ਸ਼ੇਰ ਸਿੰਘ ਦੇ ਅੰਦਰੋਂ ਇੱਕ ਹੋਰ ਅਰਦਾਸ ਨਿਕਲੀ. ਇਸ ਵਾਰ ਉਹਨੇ ਪਰਮਾਤਮਾ ਦਾ ਧੰਨਵਾਦ ਕੀਤਾ. And made ready to move with Kunwar on his back once again. ਤੇ ਫਿਰ ਤੋਂ ਉਹ ਕੁੰਵਰ ਨੂੰ ਆਪਣੀ ਬੈਕ ਦੇ ਉੱਪਰ ਉਠਾ ਕੇ ਤੁਰਨ ਦੇ ਲਈ ਤਿਆਰ ਹੋ ਗਿਆ. He scrambled down into the river bed. ਤੇ ਉਹ ਦਰਿਆ ਵੱਲ ਨੂੰ ਤੁਰ ਪਿਆ. Scrambled down ਬੇਟੇ ਦਰਿਆ ਦੇ ਵਿੱਚ ਉਤਰ ਗਿਆ. Though the water was only waist deep, ਭਾਵੇਂ ਕਿ ਪਾਣੀ ਕਮਰ ਤੱਕ, waist ਬੇਟੇ ਲੱਕ ਤੱਕ, ਕਮਰ ਤੱਕ ਡੂੰਘਾ ਸੀ, he had to go slowly because of the slime on the stones. ਪਰ ਉਹਨੂੰ ਹੌਲੀ ਹੌਲੀ ਤੁਰਨਾ ਪਿਆ. ਕਿਉਂ? ਕਿਉਂਕਿ ਪੱਥਰਾਂ ਦੇ ਉੱਪਰ ਜੋ ਸੀ ਕਾਈ ਜੰਮੀ ਹੋਈ ਸੀ, ਸਲਾਈਮ ਬੇਟੇ, ਤਾਂ ਇਹਦਾ ਮਤਲਬ ਹੈ ਕਿ ਇਹ ਤਿਲਕਣੇ ਸੀ ਪੱਥਰ, ਤਿਲਕਣ ਦੇ ਡਰੋਂ ਉਹ ਹੌਲੀ ਹੌਲੀ ਤੁਰ ਰਿਹਾ ਸੀ. Thanks goodness there was a bridge at the second river, he thought. ਉਹਨੇ ਸੋਚਿਆ, ਸ਼ੁਕਰ ਹੈ ਰੱਬ ਦਾ ਕਿ ਅਗਲੇ ਜੋ ਦਰਿਆ ਹੈ, ਅਗਲੇ ਦਰਿਆ ਦੇ ਉੱਪਰ ਤਾਂ ਪੁਲ ਬਣਿਆ ਹੋਇਆ ਹੈ. ਇੱਥੋਂ ਤਾਂ ਉਹਨੂੰ ਦਰਿਆ ਨੂੰ ਵਿੱਚੋਂ ਦੀ ਲੰਘ ਕੇ ਪਾਰ ਕਰਨਾ ਪੈ ਰਿਹਾ, ਪਾਣੀ ਵਿੱਚੋਂ ਦੀ, ਪਰ ਠੀਕ ਹੈ, ਧੰਨਵਾਦ ਹੈ ਪਰਮਾਤਮਾ ਦਾ ਕਿ ਅਗਲੇ ਦਰਿਆ ਨੂੰ ਆਰਾਮ ਨਾਲ ਪਾਰ ਕਰ ਲਵਾਂਗਾ ਕਿਉਂਕਿ ਉੱਥੇ ਪੁਲ ਹੈ. That bridge was an impermanent thing made of bamboo poles, stones and thick grass. ਉਹ ਜਿਹੜਾ ਪੁਲ ਸੀਗਾ ਉਹ ਬਣਿਆ ਹੋਇਆ ਤਾਂ ਕੱਚਾ ਸੀਗਾ, impermanent ਸੀ, ਕੋਈ ਪੱਕਾ ਬ੍ਰਿਜ ਨਹੀਂ ਸੀਗਾ. ਤੇ ਇਹ ਕੱਚਾ ਬ੍ਰਿਜ ਜਿਹੜਾ ਸੀਗਾ ਬਾਂਸ ਦੀਆਂ ਵੱਡੇ ਪੋਲਸ ਦੇ ਨਾਲ, ਪੱਥਰਾਂ ਦੇ ਨਾਲ ਤੇ ਘਾਹ ਨਾਲ ਬਣਾਇਆ ਹੋਇਆ ਸੀ. But it was at least a bridge. ਪਰ ਹੈ ਤਾਂ ਇੱਕ ਬ੍ਰਿਜ ਸੀ,
ਪੁਲ ਤੇ ਪੁਲ ਹੀ ਸੀ। As Sher Singh washed up onto the shore, water twinkled in his footprints before sinking into the sand. ਸ਼ੇਰ ਸਿੰਘ ਨੇ ਇਹ ਦਰਿਆ ਪਾਰ ਕਰ ਲਿਆ, ਕਿਨਾਰੇ ਤੇ ਆ ਗਿਆ ਤੇ ਹੁਣ ਉਹਦੇ ਪੈਰਾਂ ਦੇ ਨਿਸ਼ਾਨਾਂ ਦੇ ਵਿੱਚ ਜੋ ਪਾਣੀ ਸੀਗਾ, ਪਾਣੀ ਦੇ ਨਾਲ ਭਿੱਜੇ ਹੋਏ ਉਹਦੇ ਪੈਰ, ਤਾਂ ਰੇਤੇ ਦੇ ਵਿੱਚ ਉਹਦੇ ਪੈਰਾਂ ਦੇ ਨਿਸ਼ਾਨ ਬਣਨ ਲੱਗੇ। ਕਮਿੰਗ ਅਪ ਆਊਟ ਆਫ ਦਾ ਰਿਵਰ ਵਰ ਅਨਦਰ ਸੈਟ ਆਫ ਫਰੈਂਡਸ। ਜਿਵੇਂ ਉਹ ਆਪਣੇ ਪੈਰਾਂ ਦੇ ਨਿਸ਼ਾਨਾਂ ਨੂੰ ਦੇਖ ਰਿਹਾ ਹੈਗਾ, ਪਰ ਇਸ ਤੋਂ ਬਿਨਾਂ ਉਹਨੂੰ ਇੱਕ ਹੋਰ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ। ਇਹ ਪੈਰਾਂ ਦੇ ਨਿਸ਼ਾਨ ਕਿਹਦੇ ਸੀ? ਅ ਟਾਈਗਰਸ, ਐਂਡ ਦੇਅਰ ਵਾਸ ਗਲਿਟਰ ਇਨ them too। ਇਹ ਟਾਈਗਰ ਦੇ ਪੈਰਾਂ ਦੇ ਨਿਸ਼ਾਨ ਸੀ ਤੇ ਇਹਨਾਂ ਦੇ ਵਿੱਚ ਵੀ ਇੱਕ ਚਮਕ ਸੀ। ਚਮਕ ਕਾਹਦੀ ਸੀ ਬੇਟੀ? ਦਰਿਆ ਦੇ ਵਿੱਚ, ਜਿਹਨੂੰ ਆਪਾਂ ਬਰੇਤੀ ਕਹਿ ਦਿੰਦੇ ਆਂਗੇ, ਚਮਕੀਲੇ ਕੁਝ ਕਣ ਹੁੰਦੇ ਨੇਗੇ, ਉਹ ਪੈਰਾਂ ਦੇ ਨਾਲ ਬਾਹਰ ਆ ਜਾਂਦੇ ਨੇਗੇ, ਤਾਂ ਇਹਦਾ ਮਤਲਬ ਇੱਕ ਟਾਈਗਰ ਵੀ ਹੁਣੇ ਦਰਿਆ ਪਾਰ ਕਰਕੇ ਬਾਹਰ ਨਿਕਲਿਆ ਸੀ। ਈਵਨ ਐਜ਼ ਹੀ ਲੁੱਕਡ ਦੇ ਡਰਾਈਡ। ਜਦੋਂ ਉਹ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਦੇਖ ਰਿਹਾ ਹੈਗਾ, ਪੈਰਾਂ ਦੇ ਨਿਸ਼ਾਨ ਸੁੱਕ ਗਏ। ਹੀ plodded steadily on and his body panted and sobbed। ਉਹ ਤੁਰਿਆ ਗਿਆ, ਉਹ ਲਗਾਤਾਰ ਤੁਰਿਆ ਜਾ ਰਿਹਾ ਸੀ, ਉਹਦਾ ਸਾਹ ਚੜਿਆ ਹੋਇਆ ਸੀ ਤੇ ਉਹ ਹੌਂਕੇ ਲੈ ਰਿਹਾ ਸੀ। Towards midnight he heard the second river from far away, a steady roar of the flood। ਅੱਧੀ ਰਾਤ ਹੋ ਚੁੱਕੀ ਸੀ ਜਦੋਂ ਉਹਨੂੰ ਦੂਜਾ ਦਰਿਆ ਜਿਹੜਾ ਸੀ ਉਹਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਕਿਉਂ ਸੁਣਾਈ ਦਿੱਤੀ? ਕਿਉਂਕਿ ਇੱਥੇ ਪਾਣੀ ਜਿਹੜਾ ਸੀਗਾ, ਵਾਟਰ ਵਾਸ ਰੋਰਿੰਗ, ਕਿਉਂਕਿ ਹੜ੍ਹ ਆਇਆ ਹੋਇਆ ਸੀ ਦੂਜੇ ਦਰਿਆ ਦੇ ਵਿੱਚ ਤੇ ਪਾਣੀ ਦੀ ਆਵਾਜ਼, ਪਾਣੀ ਦੀ ਬਹੁਤ ਉੱਚੀ ਗਰਜ ਸੁਣਾਈ ਦੇ ਰਹੀ ਸੀ। When he came out on the shore, ਜਦੋਂ ਉਹ ਦਰਿਆ ਦੇ ਕਿਨਾਰੇ ਤੱਕ ਪਹੁੰਚਿਆ, he saw it, ਉਹਨੂੰ ਦੇਖ ਗਿਆ। ਹੁਣ ਤੱਕ ਤਾਂ ਉਹਨੂੰ ਸੁਣਿਆ ਹੀ ਸੀ ਪਾਣੀ ਦੀ ਆਵਾਜ਼। A great big head of snow must have melted yesterday। ਜ਼ਰੂਰ ਹੀ ਕੱਲ ਕੋਈ ਬਰਫ਼ ਦਾ ਦਰਿਆ ਪਿਘਲਿਆ ਹੋਏਗਾ, ਕੋਈ ਬਰਫ਼ ਦਾ ਪਹਾੜ ਪਿਘਲਿਆ ਹੋਏਗਾ। Because from bank to bank the river formed। ਤੇ ਇਹੀ ਕਾਰਨ ਸੀਗਾ ਕਿ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਦਰਿਆ ਜਿਹੜਾ ਸੀਗਾ ਪੂਰਾ ਪਾਣੀ ਦੇ ਨਾਲ ਭਰਿਆ ਹੋਇਆ ਸੀ, ਝੱਗੋ ਝੱਗ ਹੋਇਆ ਗਿਆ ਸੀ। He looked for the bridge। ਉਹਨੇ ਆਲੇ ਦੁਆਲੇ ਦੇਖਿਆ, ਪੁਲ ਕਿੱਥੇ ਹੈ? It was not there। ਕੋਈ ਪੁਲ ਨਹੀਂ ਸੀ। Only a fierce crest of water showed it where it lay। ਸਿਰਫ ਪਾਣੀ ਦੀ ਇੱਕ ਏਦਾਂ ਦਿਖਾਈ ਦੇ ਰਿਹਾ ਸੀਗਾ, ਜਿੱਥੋਂ ਪਾਣੀ ਥੋੜਾ ਉੱਚਾ ਦਿਖਾਈ ਦੇ ਰਿਹਾ ਸੀ ਤਾਂ ਜ਼ਰੂਰ ਇੱਥੇ ਬ੍ਰਿਜ ਹੋਏਗਾ, ਏਦਾਂ ਲੱਗਦਾ ਸੀ, submerged। ਪਰ ਹੁਣ ਇਹ ਬ੍ਰਿਜ ਜਿਹੜਾ ਸੀ ਪਾਣੀ ਦੇ ਨੀਚੇ ਅਲੋਪ ਹੋ ਚੁੱਕਿਆ ਸੀ। He could hear the river grinding its teeth। ਤੇ ਉਹ ਸੁਣ ਰਿਹਾ ਸੀ ਦਰਿਆ ਪੂਰੇ ਗੁੱਸੇ ਦੇ ਨਾਲ ਆਪਣੇ ਦੰਦ ਪੀੜ ਰਿਹਾ ਸੀ। ਤਾਂ ਇੱਥੇ ਮਤਲਬ ਇਹ ਹੈ ਬੇਟੇ ਕਿ ਦਰਿਆ ਪੂਰੇ ਆਪਣੇ ਵੇਗ ਦੇ ਵਿੱਚ ਸੀ। Then a tree churning over and over crashed against the drowned bridge। ਫਿਰ ਉਸ ਤੋਂ ਬਾਅਦ ਇੱਕ ਦਰਖਤ ਜਿਹੜਾ ਕਿ ਪਿੱਛੋਂ ਟੁੱਟ ਕੇ ਦਰਿਆ ਦੇ ਵਿੱਚ ਡਿੱਗਿਆ ਹੋਇਆ ਸੀ ਔਰ ਆ ਰਿਹਾ ਸੀ। ਉਹ ਡਰੋਨਡ ਬ੍ਰਿਜ, ਜਿਹੜਾ ਪੁਲ ਆਲਰੇਡੀ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀਗਾ, ਡੁੱਬੇ ਹੋਏ ਪੁਲ ਦੇ ਨਾਲ ਟਕਰਾਇਆ। which reeled and broke, throwing up its bamboo ribs like a fan। ਤੇ ਰਹਿੰਦੀ ਹੁੰਦੀ ਜਿਹੜੀ ਆਸ ਸੀ ਉਹ ਵੀ ਖਤਮ ਹੋ ਗਈ, ਕਿਉਂਕਿ ਇਸ ਦਰਖਤ ਦੇ ਨਾਲ ਬ੍ਰਿਜ ਨਾਲ ਟਕਰਾਉਣ ਕਰਕੇ ਬ੍ਰਿਜ ਬਿਲਕੁਲ ਟੁੱਟ ਗਿਆ। throwing up its bamboo ribs like a fan। ਤੇ ਜਿਹੜੀਆਂ ਬਾਂਸ ਦੀਆਂ ਲੱਕੜੀਆਂ ਸੀ ਉਹ ਬਿਲਕੁਲ ਤਿਨਕਿਆਂ ਦੀ ਤਰ੍ਹਾਂ ਬਿਖਰ ਗਈਆਂ। ਸ਼ੇਰ ਸਿੰਘ set Kunwar down and brought him water from the river in his hands। ਸ਼ੇਰ ਸਿੰਘ ਨੇ ਕੁੰਵਰ ਨੂੰ ਨੀਚੇ ਰੱਖਿਆ ਤੇ ਦਰਿਆ ਤੋਂ ਪਾਣੀ ਲੈ ਕੇ ਆਇਆ ਆਪਣੇ ਹੱਥਾਂ ਦੇ ਵਿੱਚ, ਬੁੱਕ ਦੇ ਵਿੱਚ। My brother, the delirious little boy whispered and drank। ਕਮਜ਼ੋਰ ਤੇ ਥੱਕੇ ਟੁੱਟੇ ਛੋਟੇ ਬੱਚੇ ਨੇ ਹੌਲੀ ਇੱਕ ਦਿਨ ਉਹ ਬੁੜਬੁੜਾਇਆ, ਕਹਿੰਦਾ ਮੇਰੇ ਭਰਾ, ਤੇ ਉਹਨੇ ਪਾਣੀ ਪੀ ਲਿਆ। Sher Singh gathered grass and plaiting it into a rope, tied it round his brother and himself so that he would keep together। ਸ਼ੇਰ ਸਿੰਘ ਨੇ ਘਾਹ ਇਕੱਠਾ ਕੀਤਾ, ਘਾਹ ਦੀ ਇੱਕ ਰੱਸੀ ਬਣਾਈ। Plaiting it into a rope, ਬੇਟੇ ਪਲੇਟਿੰਗ, ਇਹਨੂੰ ਗੁੰਦ ਲਿਆ, ਜਿੱਦਾਂ ਆਪਾਂ ਵਾਲਾਂ ਨੂੰ ਗੁੰਦਦੇ ਆਂਗੇ ਉਦਾਂ ਹੀ ਘਾਹ ਨੂੰ ਉਹਨੇ ਗੁੰਦ ਕੇ ਇੱਕ ਰੱਸੀ ਬਣਾ ਲਈ। ਉਹਨੂੰ ਫਿਰ ਆਪਣੇ ਭਰਾ ਦੇ ਨਾਲ ਤੇ ਆਪਣੇ ਆਪ ਦੇ ਨਾਲ ਬੰਨ੍ਹ ਲਿਆ, ਮਤਲਬ ਕਿ ਉਸ ਰੱਸੀ ਦੇ ਨਾਲ ਉਹਨੇ ਆਪਣੇ ਭਰਾ ਨੂੰ ਆਪਣੇ ਆਪ ਨਾਲ ਟਾਈ ਕਰ ਲਿਆ ਤਾਂ ਕਿ ਉਹ ਦੋਵੇਂ ਇਕੱਠੇ ਰਹਿਣ। Then he entered the water just above the bridge। ਤੇ ਜਿੱਥੇ ਉਹਨੂੰ ਲੱਗਦਾ ਸੀਗਾ ਕਿ ਇੱਥੇ ਬ੍ਰਿਜ ਹੈਗਾ, ਉੱਥੋਂ ਉਹ ਪਾਣੀ ਦੇ ਅੰਦਰ ਪ੍ਰਵੇਸ਼ ਕਰ ਗਿਆ। The river seized them। ਪਾਣੀ ਨੇ ਇੱਕਦਮ ਉਹਨਾਂ ਨੂੰ ਜਕੜ ਲਿਆ। Flattened them against the wreck। ਤੇ ਪਾਣੀ ਦੀਆਂ ਜਿਹੜੀਆਂ ਲਹਿਰਾਂ ਸੀਗੀਆਂ ਉਹਨਾਂ ਨਾਲ ਉਹ ਪੁਲ ਦੇ ਨਾਲ ਟਕਰਾ ਗਿਆ। Unable to move at first, he edged forward into the maelstrom, feeling for the split ends of bamboo। ਤੁਰ ਤਾਂ ਸਕਦਾ ਹੀ ਨਹੀਂ ਸੀ। Unable to move at first, ਪਹਿਲਾਂ ਤਾਂ ਉਹ ਤੋਂ ਮੂਵ ਹੀ ਨਹੀਂ ਕੀਤਾ ਗਿਆ।
ਪਰ ਫਿਰ ਉਹ ਥੋੜਾ ਅੱਗੇ ਵਧਿਆ ਮੇਲਸਟ੍ਰੋਮ ਵਿੱਚ, ਤੂਫਾਨ ਦੇ ਵਿੱਚ, ਇਸ ਤੂਫਾਨ ਦੇ ਵਿੱਚ ਹੀ ਉਹ ਅੱਗੇ ਵਧਿਆ। ਉਹ ਪੁਲ ਦੇ ਨਾਲ ਜੋ ਬੈਂਬੋ ਸਟਿਕਸ, ਜੋ ਵੀ ਰਿਮੇਨਸ ਸੀ, ਆਪਾਂ ਇਹ ਕਹੀਏ ਕਿ ਜੋ ਵੀ ਪੁਲ ਦਾ ਬਚਿਆ ਹਿੱਸਾ ਸੀ, ਉਹ ਉਹਨਾਂ ਨੂੰ ਮਹਿਸੂਸ ਕਰਨਾ ਚਾਹੁੰਦਾ ਸੀਗਾ ਤਾਂ ਕਿ ਉਹਨੂੰ ਪਕੜ ਕੇ ਉਹਨੂੰ ਫੜ ਕੇ ਉਹ ਅੱਗੇ ਲੰਘ ਸਕੇ। The deluge deafened him. ਪਾਣੀ ਦੇ ਸ਼ੋਰ ਨੇ ਉਹਨੂੰ ਬੋਲਾ ਕਰ ਦਿੱਤਾ ਸੀ, ਉਹਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਟਿੰਬਰ ਬੈਂਕ, ਲੱਕੜੀਆਂ ਇੱਕ ਦੂਜੇ ਨਾਲ ਟਕਰਾ ਰਹੀਆਂ ਸੀ। Bruised him, ਤੇ ਉਹ ਜ਼ਖਮੀ ਹੋ ਰਿਹਾ ਸੀ। It was so cold he could hardly keep his hold. ਇੰਨਾ ਕੁ ਜ਼ਿਆਦਾ ਠੰਡਾ ਪਾਣੀ ਸੀ ਕਿ ਉਹ ਕਿਸੇ ਚੀਜ਼ ਦੇ ਉੱਪਰ ਆਪਣੀ ਪਕੜ ਮਜ਼ਬੂਤ ਨਹੀਂ ਸੀ ਕਰ ਪਾ ਰਿਹਾ। He could not get his breath in the spray. ਪਾਣੀ ਦੀਆਂ ਬੌਛਾਰਾਂ ਦੇ ਵਿੱਚ ਉਹਨੂੰ ਸਾਹ ਵੀ ਨਹੀਂ ਸੀ ਆ ਰਿਹਾ। He didn't know if his brother lived or died. ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਦਾ ਭਰਾ ਹੁਣ ਜਿਉਂਦਾ ਸੀ ਜਾਂ ਮਰ ਚੁੱਕਿਆ ਸੀ। But he kept the child's head above water. ਪਰ ਉਹਨੇ ਬੱਚੇ ਦੇ ਸਿਰ ਨੂੰ ਪਾਣੀ ਤੋਂ ਬਾਹਰ ਰੱਖਿਆ and moved slowly. ਤੇ ਹੌਲੀ-ਹੌਲੀ ਅੱਗੇ ਵੱਧਦਾ ਗਿਆ। Gasping in mortal struggle. ਜਿੰਦਾ ਰਹਿਣ ਦਾ ਇੱਕ ਅਜਿਹਾ ਸੰਘਰਸ਼ ਸੀ ਜਿਹਦੇ ਵਿੱਚ ਉਹ ਸਾਹ ਲੈ ਰਿਹਾ ਸੀ। He was deaf. ਉਹ ਬੋਲਾ ਹੋ ਚੁੱਕਿਆ ਸੀ। Blinded. ਅੱਖਾਂ 'ਚ ਪਾਣੀ ਪੈ ਚੁੱਕਿਆ ਸੀ ਕਿਉਂਕਿ ਪਾਣੀ ਦੀਆਂ ਬੌਛਾਰਾਂ ਦੇ ਨਾਲ ਉਹ ਅੰਨਾ ਹੋ ਚੁੱਕਾ ਸੀ। Frozen. ਉਹਦੀ ਸਰੀਰ ਖੂਨ ਜੰਮ ਚੁੱਕਿਆ ਸੀ। Drowned. ਪਾਣੀ ਉਹਨੂੰ ਡੁਬੋ ਚੁੱਕਿਆ ਸੀ। But ਫਿਰ ਵੀ ਉਹ ਅੱਗੇ ਵੱਧਦਾ ਰਿਹਾ। Gradually, ਹੌਲੀ-ਹੌਲੀ, the river seemed to lose power. ਉਹਨੂੰ ਲੱਗਿਆ ਕਿ ਦਰਿਆ ਦੀ ਤਾਕਤ ਖਤਮ ਹੋ ਚੁੱਕੀ ਹੈ। They were through. ਤੇ ਉਹ ਦਰਿਆ ਦੇ ਵਿੱਚੋਂ ਪਾਰ ਹੋ ਗਏ। After that, ਸ਼ੇਰ ਸਿੰਘ didn't know what happened. ਉਸ ਤੋਂ ਬਾਅਦ ਸ਼ੇਰ ਸਿੰਘ ਨੂੰ ਨਹੀਂ ਪਤਾ ਕਿ ਕੀ ਹੋਇਆ। He was wet, ice cold, but he stumbled on. ਉਹਨੂੰ ਸਿਰਫ ਇੰਨਾ ਯਾਦ ਹੈ ਕਿ ਉਹ ਭਿੱਜਿਆ ਹੋਇਆ ਸੀਗਾ, ਬਰਫ਼ ਦੀ ਤਰ੍ਹਾਂ ਉਹਦਾ ਸਰੀਰ ਜੰਮਿਆ ਹੋਇਆ ਸੀ। But he stumbled on. ਪਰ ਉਹ ਹੌਲੀ-ਹੌਲੀ ਅੱਗੇ ਵੱਧਦਾ ਰਿਹਾ। Stumbled on, ਹੌਲੀ-ਹੌਲੀ ਰੇਂਗ ਕੇ ਅੱਗੇ ਵੱਧਦਾ ਰਿਹਾ। On his knees bent. ਕਦੇ ਉਹ ਗੋਡਿਆਂ ਭਾਰ ਤੁਰਦਾ and trembling, ਕੰਬਦਾ ਹੋਇਆ। They gave way. ਉਹ ਤੁਰੇ ਗਏ। ਉਹਦੇ ਗੋਡਿਆਂ ਨੇ ਵੀ ਜਵਾਬ ਦਿੱਤਾ। He was crawling. ਹੁਣ ਉਹਨੇ ਘਿਸੜਨਾ ਸ਼ੁਰੂ ਕਰਤਾ। Then there was a road. ਉਸ ਤੋਂ ਬਾਅਦ ਉਹ ਸੜਕ ਤੇ ਆ ਗਿਆ। Barking of the dogs. ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। Heralding a village. ਤੇ ਉਹਨੂੰ ਲੱਗਿਆ ਕਿ ਉਹ ਕਿਸੇ ਪਿੰਡ ਦੇ ਵਿੱਚ ਪਹੁੰਚ ਚੁੱਕਿਆ ਸੀ। Suddenly, somehow people. ਫਿਰ ਅਚਾਨਕ ਪਤਾ ਨਹੀਂ ਕਿਵੇਂ ਉਹਨੂੰ ਕੁਝ ਲੋਕ ਦਿਖਾਈ ਦਿੱਤੇ। After that, the next he knew they were in a bulk cart, then a truck. ਉਸ ਤੋਂ ਬਾਅਦ ਸਿਰਫ ਉਹਨੂੰ ਇੰਨਾ ਹੀ ਯਾਦ ਹੈ ਕਿ ਉਹ ਇੱਕ ਵਾਰੀ ਬੈਲ ਗੱਡੀ ਦੇ ਵਿੱਚ ਸੀ, ਉਸ ਤੋਂ ਬਾਅਦ ਇੱਕ ਟਰੱਕ ਦੇ ਵਿੱਚ ਸੀ। Where have you come from, boy? ਲੜਕੇ ਤੂੰ ਕਿੱਥੋਂ ਆਇਆ ਹੈ? ਲਾਲ ਦਵਾਨੀ। You carried him alone. ਤੂੰ ਕੱਲਾ ਇਹਨੂੰ ਚੁੱਕ ਕੇ ਲੈ ਕੇ ਆਏਂਗਾ। Across the river in flood. ਉਹ ਵੀ ਉਦੋਂ ਜਦੋਂ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਸੀ। They were at the hospital. ਉਹ ਹਸਪਤਾਲ ਪਹੁੰਚ ਚੁੱਕੇ ਸੀ। ਸ਼ੇਰ ਸਿੰਘ felt shy of big building. ਸ਼ੇਰ ਸਿੰਘ ਸ਼ਰਮਾ ਰਿਹਾ ਸੀ ਇੰਨੀ ਵੱਡੀ ਬਿਲਡਿੰਗ ਦੇ ਵਿੱਚ ਉਹ ਕਦੇ ਗਿਆ ਨਹੀਂ ਸੀ। He didn't go in. ਉਹ ਅੰਦਰ ਨਹੀਂ ਗਿਆ। Much later. ਉਸ ਤੋਂ ਬਾਅਦ ਸ਼ੇਰ ਸਿੰਘ ਨੂੰ ਫਿਰ ਨਹੀਂ ਪਤਾ ਕੀ ਹੋਇਆ ਕੀ ਨਾ ਹੋਇਆ। Much later. ਕਾਫੀ ਦੇਰ ਬਾਅਦ doctor came out on the veranda. ਵਰਾਂਡੇ ਦੇ ਵਿੱਚ ਇੱਕ ਡਾਕਟਰ ਆਇਆ। ਸ਼ੇਰ ਸਿੰਘ ਬਹਾਦਰ, are you there? He called out. ਔਰ ਉਹਨੇ ਆਵਾਜ਼ ਦਿੱਤੀ, ਕਹਿੰਦਾ ਸ਼ੇਰ ਸਿੰਘ ਬਹਾਦਰ ਤੁਸੀਂ ਕਿੱਥੇ ਹੋ? My father is not here, replied the boy going up to the veranda. ਤਾਂ ਲੜਕੇ ਨੇ ਸੁਣਿਆ ਕਿ ਮੇਰਾ ਨਾਮ ਲਿਆ ਗਿਆ। ਸ਼ੇਰ ਸਿੰਘ ਤਾਂ ਉਸੇ ਦਾ ਨਾਮ ਸੀ ਤੇ ਉਹ ਡਾਕਟਰ ਦੇ ਕੋਲ ਗਿਆ। ਕਹਿੰਦਾ ਮੇਰੇ ਪਿਤਾ ਜੀ ਤਾਂ ਨਹੀਂ ਇੱਥੇ ਹੈਗੇ, ਪਰ ਮੈਂ ਇੱਥੇ ਹਾਂ। ਮੇਰਾ ਨਾਮ ਸਿਰਫ ਸ਼ੇਰ ਸਿੰਘ ਹੈ ਕਿਉਂਕਿ ਉਹਦੇ ਫਾਦਰ ਦਾ ਨਾਮ ਸ਼ੇਰ ਸਿੰਘ ਬਹਾਦਰ ਹੈ, ਬੱਚੇ ਦਾ ਨਾਮ ਸ਼ੇਰ ਸਿੰਘ ਹੈ। You are the boy who brought the child Kunwar in from ਲਾਲ ਦਵਾਨੀ. ਕਹਿੰਦਾ ਤੂੰ ਹੀ ਉਹ ਲੜਕਾ ਹੈਗਾ ਜੋ ਬੱਚੇ ਕੁੰਵਰ ਨੂੰ ਲਾਲ ਦਵਾਨੀ ਪਿੰਡ ਤੋਂ ਇੱਥੇ ਲੈ ਕੇ ਆਏ ਹੋ? Yes. ਕਹਿੰਦਾ ਹਾਂ ਮੈਂ ਲੈ ਕੇ ਆਇਆ। Then a smile broke all over doctor's great gentle face. ਡਾਕਟਰ ਦੇ ਚਿਹਰੇ ਦੇ ਉੱਪਰ ਇੱਕ ਮੁਸਕਰਾਹਟ ਆ ਗਈ। Then you are ਸ਼ੇਰ ਸਿੰਘ ਬਹਾਦਰ. ਫਿਰ ਤਾਂ ਕਹਿੰਦਾ ਤੂੰ ਹੀ ਸ਼ੇਰ ਸਿੰਘ ਬਹਾਦਰ ਹੈ। The brave. ਤੂੰ ਵੀ ਬਹਾਦਰ ਹੈ। ਕਿਉਂ? ਤੂੰ ਬਹੁਤ ਬਹਾਦਰੀ ਭਰਿਆ ਕੰਮ ਕੀਤਾ। He said. ਡਾਕਟਰ ਨੇ ਕਿਹਾ Your brother will live. ਹੁਣ ਤੇਰਾ ਭਰਾ ਜਿੰਦਾ ਰਹੇਗਾ। ਤੇਰਾ ਭਰਾ ਬਿਲਕੁਲ ਠੀਕ ਹੈ। Come and see. ਅੰਦਰ ਆ ਤੇ ਉਹਨੂੰ ਦੇਖ। So this is the end of your chapter, students. I hope ਕਿ ਤੁਹਾਨੂੰ ਸਮਝ ਆਇਆ ਹੋਵੇਗਾ। Thank you very much.